ऑपरेशन ब्लू स्टार ਦੇ ਨਵੇਂ ਰਾਜ ਦੀ ਜਨਰਲ ਕੁਲਦੀਪ ਬਰਾੜ ਨੇ ਵੱਡੇ ਖੁਲਾਸੇ ਕੀਤੇ ਨੇ। ਇੰਦਰਾ ਗਾਂਧੀ ਦੀ ਸਰਕਾਰ ਤੇ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਗਏ ਨੇ। ਦਰਅਸਲ ANI ਨਿਊਜ਼ ਏਜੰਸੀ ਨੂੰ ਪਿਛਲੇ ਦਿਨ ਉਹਨਾਂ ਨੇ ਇੰਟਰਵਿਊ ਦਿੱਤੀ ਸੀਗੀ ਤੇ ਉਸ 'ਚ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਨੇ ਆਪਰੇਸ਼ਨ ਬਲੂ ਸਟਾਰ ਨੂੰ ਲੈ ਕੇ। ਕੁਲਦੀਪ ਬਰਾੜ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਕੱਦ ਵੱਡਾ ਹੋਣ ਦਿੱਤਾ ਗਿਆ ਤੇ ਇੰਦਰਾ ਨੇ ਐਕਸ਼ਨ ਲੈਣ 'ਚ ਬਹੁਤ ਦੇਰ ਕਰ ਦਿੱਤੀ। ਆ ਕੁਲਦੀਪ ਬਰਾੜ ਕਹਿੰਦੇ ਹੋਏ ਨਜ਼ਰ ਆਏ। ਉਹਨਾਂ ਨੇ ਅੱਗੇ ਕਿਹਾ ਕਿ 1984 'ਚ ਕਦੇ ਵੀ ਹੋ ਸਕਦਾ ਸੀਗਾ ਖਾਲਿਸਤਾਨ ਦਾ ਐਲਾਨ। ਪੰਜਾਬ ਪੁਲਿਸ 'ਚ ਵੱਡੀ ਬਗਾਵਤ ਦਾ ਵੀ ਡਰ ਸੀਗਾ ਤੇ ਕੁਲਦੀਪ ਬਰਾੜ ਜੋ ਅਗਵਾਈ ਕਰ ਰਹੇ ਸੀਗੇ ਜਨਰਲ ਕੁਲਦੀਪ ਬਰਾੜ ਆਪਰੇਸ਼ਨ ਬਲੂ ਸਟਾਰ ਦੀ, ਉਹਨਾਂ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ। ਉਹਨਾਂ ਨੇ ਕਿਹਾ ਕਿ ਇੰਦਰਾ ਸਰਕਾਰ ਤੇ ਉਹਨਾਂ ਨੇ ਵੱਡੇ ਸਵਾਲ ਚੁੱਕੇ। ਉਹਨਾਂ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਕੱਦ ਪਹਿਲਾਂ ਵੱਡਾ ਹੋਣ ਦਿੱਤਾ ਗਿਆ, ਇੰਦਰਾ ਨੇ ਐਕਸ਼ਨ ਲੈਣ 'ਚ ਬਹੁਤ ਹੀ ਦੇਰ ਦਿੱਤੀ ਗਈ। ਕਾਬਿਲੇ ਗੌਰ ਹੈ ਕਿ 6 ਜੂਨ 1984 ਨੂੰ ਪੂਰੇ ਆਪਰੇਸ਼ਨ ਬਲੂ ਸਟਾਰ ਨੂੰ ਅੰਜਾਮ ਦਿੱਤਾ ਗਿਆ ਸੀਗਾ ਤੇ ਜਨਰਲ ਕੁਲਦੀਪ ਬਰਾੜ ਉਸ ਦੀ ਅਗਵਾਈ ਕਰ ਰਹੇ ਸੀਗੇ ਜਦੋਂ ਕਿ ਭਾਰਤੀ ਫੌਜਾਂ ਨੇ ਜੋ ਹੈ ਦਰਬਾਰ ਸਾਹਿਬ ਉਸ ਤੇ ਹਮਲਾ ਕੀਤਾ ਸੀਗਾ ਤੇ ਉੱਥੇ ਕੁਲਦੀਪ ਬਰਾੜ ਕਹਿੰਦੇ ਨਜ਼ਰ ਆਏ ਕਿ 350 ਤੋਂ 400 ਜਵਾਨਾਂ ਦੀ ਮੌਤ ਹੋ ਗਈ ਸੀਗੀ ਤੇ ਭਿੰਡਰਾਂਵਾਲੇ ਸਣੇ ਕਰੀਬ 600 ਸਮਰਥਕ ਮਾਰੇ ਗਏ ਸੀਗੇ ਤੇ ਆਮ ਲੋਕਾਂ ਨੂੰ ਢਾਲ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਹੈ। ਤੇ ਕੁਲਦੀਪ ਬਰਾੜ ਜਨਰਲ ਕੁਲਦੀਪ ਬਰਾੜ ਜੋ ਪੂਰੇ ਇਸ ਆਪਰੇਸ਼ਨ ਬਲੂ ਸਟਾਰ ਦੀ ਅਗਵਾਈ ਕਰ ਰਹੇ ਸੀਗੇ, ਪਿਛਲੇ ਦਿਨੀ ਉਹਨਾਂ ਨੇ ANI ਨਿਊਜ਼ ਏਜੰਸੀ ਨੂੰ ਇੰਟਰਵਿਊ ਦਿੱਤੀ ਤੇ ਉਸ 'ਚ ਵੱਡੇ ਖੁਲਾਸੇ ਕੀਤੇ ਕਿ ਇੰਦਰਾ ਗਾਂਧੀ ਦੀ ਸਰਕਾਰ ਤੇ ਸਵਾਲ ਚੁੱਕੇ ਗਏ ਉਹਨਾਂ ਦੇ ਵੱਲੋਂ। ਉਹਨਾਂ ਨੇ ਕਿਹਾ ਕਿ ਭਿੰਡਰਾਂਵਾਲੇ ਦਾ ਕੱਦ ਵੱਡਾ ਹੋਣ ਦਿੱਤਾ ਗਿਆ ਤੇ ਇੰਦਰਾ ਗਾਂਧੀ ਨੇ ਐਕਸ਼ਨ ਲੈਣ 'ਚ ਬਹੁਤ ਹੀ ਦੇਰ ਕਰ ਦਿੱਤੀ। ਜਨਰਲ ਬਰਾੜ ਦੇ ਖੁਲਾਸਿਆਂ ਬਹਾਨੇ ਬੀਜੇਪੀ ਨੇ ਅੰਮ੍ਰਿਤਪਾਲ ਨੂੰ ਲੈ ਕੇ ਸਰਕਾਰ ਨੂੰ ਅਲਰਟ ਕੀਤਾ ਤਾਂ SGPC ਨੇ ਜਨਰਲ ਬਰਾੜ ਨੂੰ ਘੇਰਿਆ। ਬਿਲਕੁਲ ਠੀਕ ਕਿਹਾ, ਦਰੁਸਤ ਕਿਹਾ। ਪਹਿਲਾਂ ਉਹਦੇ ਨਾਲ ਜ਼ਿਆਦਾ ਲੋਕ ਨਹੀਂ ਸੀ, ਉਹ ਇੱਕ ਧਾਰਮਿਕ ਬੰਦਾ ਸੀ ਤੇ ਹੌਲੀ ਹੌਲੀ ਜਨਤਾ ਦਾ ਜੁੜਾਅ ਹੁੰਦਾ ਗਿਆ ਔਰ ਉਹ ਗਲਤ ਲੋਕਾਂ ਦੇ ਹੱਥਾਂ 'ਚ ਆ ਗਏ ਔਰ ਅਲੱਗ ਦਿਸ਼ਾ ਮਿਲ ਗਈ, ਜਿਸ ਦੀ ਵਜ੍ਹਾ ਕਰਕੇ ਅਕਾਲ ਤਖਤ ਸਾਹਿਬ ਦੀ ਔਰ ਦਰਬਾਰ ਸਾਹਿਬ ਦੀ ਬੇਅਦਬੀ ਹੋਈ ਔਰ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਕਈ ਵਾਰ ਦੇਸ਼ ਨੂੰ ਬਹੁਤ ਭੁਗਤਾਨ ਕਰਨਾ ਪੈਂਦਾ ਔਰ ਕੌਮ ਨੂੰ ਵੀ ਭੁਗਤਾਨ ਕਰਨਾ ਪਿਆ। ਅੱਜ ਫਿਰ ਅੰਮ੍ਰਿਤਪਾਲ ਜਿਹੜਾ ਹੈਗਾ ਉਹਦੇ ਨਾਲ ਕੋਈ ਜਨਤਾ ਨਹੀਂ ਹੈ, ਉਸ ਨੂੰ ਸਰਕਾਰ ਜਾਣਬੁੱਝ ਕੇ ਰੋਕਦੀ ਨਹੀਂ ਹੈ, ਉਸ ਦੀਆਂ ਗਤੀਵਿਧੀਆਂ ਨੂੰ ਰੋਕਿਆ ਜਾਣਾ ਚਾਹੀਦਾ। ਜਨਰਲ ਬਰਾੜ ਦੀ ਜਿਹੜਾ ਬਿਆਨ ਹੈ ਇਹ ਵੀ ਆਪਣੇ ਆਪ ਦੇ ਵਿੱਚ ਉਹਨਾਂ ਹੀ ਏਜੰਸੀਆਂ ਤੇ ਉਹਨਾਂ ਹੀ ਸ਼ਕਤੀਆਂ ਦਾ ਹੱਥ ਠੋਕਾ ਬਿਆਨ ਹੈ, ਕਿਉਂਕਿ ਇਹ ਦੁਨੀਆ ਦੇ ਵਿੱਚ ਇਹ ਗੱਲ ਜਾਣੀ ਜਾਂਦੀ ਹੈ ਕਿ ਅੱਜ ਦਾ ਜਿਹੜਾ ਨੌਜਵਾਨ ਆ ਜਿਹੜਾ ਉਸ ਤੋਂ ਬਾਅਦ ਜਨਮ ਲਿਆ, ਸੰਤਾਂ ਦੀ ਸ਼ਹਾਦਤ ਤੋਂ ਬਾਅਦ ਜਨਮ ਲਿਆ, ਉਹ ਵੀ ਉਹਨਾਂ ਦਾ, ਮੈਂ ਸਿੱਧੇ ਸ਼ਬਦਾਂ 'ਚ ਕਹਾਂ ਕਿ ਉਹਨਾਂ ਦਾ ਸ਼ਦਾਈ ਆ। ਸੰਤ ਭਿੰਡਰਾਂਵਾਲਿਆਂ ਦੀ ਸ਼ਖਸੀਅਤ ਦੇ ਨਾਲ ਦੋ ਗੱਲਾਂ ਜੁੜੀਆਂ ਨੇ, ਉਹ ਉਹਨਾਂ ਦੀ ਜਿਹੜੀ ਕਹਿਣੀ ਸੀ ਤੇ ਉਹੀ ਕਰਨੀ ਸੀ। ਇਹ ਲੋਕ ਜਿਹੜੇ ਆ ਕਹਿੰਦੇ ਜੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਉੱਚਾ ਉੱਠਣ ਦਿੱਤਾ। ਮੈਂ ਇਹ ਗੱਲ ਕਹਿ ਦਿਆਂ ਕਿ ਉਹਨਾਂ ਦੀ ਜਿਹੜੀ ਸ਼ਖਸੀਅਤ ਸੀ ਉਹ ਤਾਂ ਨਾਮ ਬਾਣੀ ਕਰਕੇ ਉੱਚੀ ਸੀ ਤੇ ਦੂਸਰੀ ਉਹਨਾਂ ਦੀ ਕਹਿਣੀ ਤੇ ਕਰਨੀ ਕਰਕੇ ਉੱਚੀ ਸੀ। ਸੰਤ ਭਿੰਡਰਾਂਵਾਲਿਆਂ ਨੇ ਕਦੇ ਵੀ ਕਿਸੇ ਦਾ ਰਾਜਨੀਤਿਕ ਪਾਰਟੀ ਦਾ ਜਾਂ ਕਿਸੇ ਹੋਰ ਦਾ ਨਾ ਸਹਿਯੋਗ ਮੰਗਿਆ ਤੇ ਨਾ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਆਉਂਦੀ ਆ। ਹੁਣ ਜ਼ਿਕਰ ਵਿਜੀਲੈਂਸ ਦੇ ਐਕਸ਼ਨ ਦਾ। ਸਾਬਕਾ ਮੰਤਰੀ ਤੇ ਵਿਧਾਇਕ ਵਿਜੀਲੈਂਸ ਦੀ ਰਡਾਰ ਤੇ ਨੇ। ਸੂਤਰਾਂ ਮੁਤਾਬਿਕ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਤੇ ਵਿਜੀਲੈਂਸ ਸ਼ਿਕੰਜਾ ਕੱਸ ਸਕਦੀ ਹੈ ਤਾਂ ਉਧਰ ਅੰਮ੍ਰਿਤਸਰ 'ਚ ਵੀ ਵਿਜੀਲੈਂਸ ਦਾ ਐਕਸ਼ਨ ਨਜ਼ਰ ਆਇਆ ਤੇ ਦਸਤਕ ਦਿੱਤੀ OP ਸੋਨੀ ਦੀ ਨਵੀਂ ਬਣ ਰਹੀ ਕੋਠੀ ਤੇ। ਕਾਂਗਰਸ ਦੇ ਇੱਕ ਸਾਬਕਾ ਵਿਧਾਇਕ ਦਾ ਸਾਹਮਣਾ ਵੀ ਵਿਜੀਲੈਂਸ ਨਾਲ ਹੋਇਆ। ਮਾਨ ਸਰਕਾਰ ਦਾ ਭ੍ਰਿਸ਼ਟਾਚਾਰ ਤੇ ਵਾਰ ਲਗਾਤਾਰ ਜਾਰੀ ਹੈ ਤੇ ਐਕਸ਼ਨ ਵਾਲੇ ਕਦਮ ਬਿਨਾਂ ਕਿਸੇ ਰੁਕਾਵਟ ਦੇ ਅੱਗੇ ਵਧਾਏ ਜਾ ਰਹੇ ਨੇ। ਕਈ ਸਾਬਕਾ ਮੰਤਰੀ ਤੇ ਵਿਧਾਇਕ ਵਿਜੀਲੈਂਸ ਦੀ ਰਡਾਰ ਤੇ ਨੇ ਤੇ ਆਉਣ ਵਾਲੇ ਦਿਨਾਂ 'ਚ ਕਈ ਵੱਡੇ ਖੁਲਾਸੇ ਵੀ ਹੋ ਸਕਦੇ ਨੇ। ਪਹਿਲਾਂ ਜ਼ਿਕਰ ਉਸ ਸਾਬਕਾ ਮੰਤਰੀ ਦਾ ਜੋ ਚੰਨੀ ਸਰਕਾਰ ਦੀ ਵਜ਼ਾਰਤ ਦਾ ਹਿੱਸਾ ਰਹੇ। ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਸਾਬਕਾ ਖੇਡ ਮੰਤਰੀ ਪ੍ਰਗਟ ਸਿੰਘ ਤੇ ਸ਼ਿਕੰਜਾ ਕੱਸਿਆ ਜਾ ਸਕਦਾ ਹੈ। ਵਿਜੀਲੈਂਸ ਜਾਂਚ ਦੇ ਵਿੱਚ ਪ੍ਰਗਟ ਸਿੰਘ ਦਾ ਨਾਮ ਸਾਹਮਣੇ ਆਇਆ ਹੈ। ਦਰਅਸਲ ਪੂਰਾ ਮਾਮਲਾ ਕਥਿਤ ਸਪੋਰਟਸ ਕਿੱਟ ਘੁਟਾਲੇ ਦੇ ਨਾਲ ਜੁੜਿਆ ਹੋਇਆ ਹੈ, ਜਿਸ ਦੇ ਵਿੱਚ IAS ਅਜੋਏ ਸ਼ਰਮਾ ਦਾ ਨਾਮ ਹੀ ਸਾਹਮਣੇ ਆਇਆ ਹੈ। ਵਿਜੀਲੈਂਸ ਜਾਂਚ ਦੇ ਵਿੱਚ ਕਈ ਹੋਰ ਅਧਿਕਾਰੀਆਂ ਦੇ ਨਾਮ ਹੀ ਦੱਸੇ ਜਾ ਰਹੇ ਨੇ। ਸੂਤਰਾਂ ਮੁਤਾਬਿਕ ਸਾਬਕਾ PCS ਅਧਿਕਾਰੀ ਨੇ ਸੀਐਮ ਮਾਨ ਨੂੰ ਸ਼ਿਕਾਇਤ ਕੀਤੀ ਹੈ। ਖੇਡ ਵਿਭਾਗ ਦੇ ਵਿੱਚ ਗਲਤ ਤਰੀਕੇ ਦੇ ਨਾਲ ਨਿਯੁਕਤੀ ਦੀ ਵੀ ਸ਼ਿਕਾਇਤ ਹੈ। ਦਰਅਸਲ ਚੰਨੀ ਸਰਕਾਰ ਵੇਲੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਸਨ। ਖਿਡਾਰੀਆਂ ਦੇ ਖਾਤਿਆਂ ਦੇ ਵਿੱਚ ਰਾਸ਼ੀ ਪਾਉਣ ਤੋਂ ਬਾਅਦ ਵਾਪਸ ਲੈ ਲਈ ਗਈ। ਪਹਿਲਾਂ ਖਿਡਾਰੀਆਂ ਦੇ ਬੈਂਕ ਖਾਤਿਆਂ ਦੇ ਵਿੱਚ ਖੇਡ ਕਿੱਟਾਂ ਦੇ ਲਈ 3-3 ਹਜ਼ਾਰ ਰੁਪਏ ਸਿੱਧੇ ਟ੍ਰਾਂਸਫਰ ਕਰ ਦਿੱਤੇ ਤੇ ਅਗਲੇ ਦਿਨ ਖਿਡਾਰੀਆਂ ਤੋਂ ਖੇਡ ਫਰਮਾਂ ਦੇ ਨਾਮ ਤੇ ਚੈੱਕ ਅਤੇ ਬੈਂਕ ਡਰਾਫਟ ਦੇ ਰੂਪ ਦੇ ਵਿੱਚ ਰਕਮ ਵਾਪਸ ਲੈ ਲਈ ਗਈ।
ਕਿੱਟਾਂ ਵਿਚਲੇ ਸਮਾਨ ਦੀ ਕੁਆਲਿਟੀ ਤੇ ਵੀ ਸਵਾਲ ਉੱਠੇ ਨੇ। ਦੂਜਾ ਨਾਂ ਹੈ ਸਾਬਕਾ ਮੰਤਰੀ ਓਪੀ ਸੋਨੀ ਦਾ। ਮਾਮਲਾ ਹੈ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ। ਤੇ ਤਸਵੀਰਾਂ ਨੇ ਅੰਮ੍ਰਿਤਸਰ ਦੇ ਡੀਆਰ ਇਨਕਲੇਵ ਦੀਆਂ, ਜਿੱਥੇ ਅਚਾਨਕ ਵਿਜੀਲੈਂਸ ਦੀ ਟੀਮ ਨੇ ਦਸਤਕ ਦਿੱਤੀ। ਚੰਡੀਗੜ੍ਹ ਤੋਂ ਸਿੱਧੀ ਟੀਮ ਅੰਮ੍ਰਿਤਸਰ ਪਹੁੰਚੀ ਤੇ ਓਪੀ ਸੋਨੀ ਦੀ ਨਵੀਂ ਬਣ ਰਹੀ ਕੋਠੀ ਦੀ ਪੈਮਾਇਸ਼ ਕੀਤੀ ਗਈ। ਇਸ ਤੋਂ ਇਲਾਵਾ ਓਪੀ ਸੋਨੀ ਦੇ ਹੋਰ ਵੀ ਕਈ ਟਿਕਾਣਿਆਂ ਤੇ ਵਿਜੀਲੈਂਸ ਦਾ ਐਕਸ਼ਨ ਨਜ਼ਰ ਆਇਆ। ਅੱਜ ਉਹਨਾਂ ਦੇ ਫਾਰਮ ਹਾਊਸ ਸੀਗਾ, ਹੋਟਲ ਆ, ਇੱਕ ਗਡਾਊਨ ਆ। ਚੰਡੀਗੜ੍ਹ ਤੋਂ ਟੀਮ ਆਈ ਹੈ ਜਿਹੜੀ ਅਸੀਂ ਉਹਨਾਂ ਦੀ ਪ੍ਰਾਪਰਟੀਆਂ ਦੀ ਅਸੈਸਮੈਂਟ ਕਰਾ ਰਹੇ ਹਾਂ, ਜਿਹੜੀਆਂ ਅਜੇ ਤੱਕ ਹੁਣ ਤੱਕ ਸਾਹਮਣੇ ਆਈਆਂ ਨੇ। ਉਹਦੇ ਮੁਤਾਬਕ ਹੀ ਆ ਜਿਹੜੀ ਆ ਅਸੈਸਮੈਂਟ ਕੀਤੀ ਜਾ ਰਹੀ ਹੈ। ਤਾਂ ਉਧਰ ਸਾਬਕਾ ਕਾਂਗਰਸ ਵਿਧਾਇਕ ਕੁਸ਼ਲਦੀਪ ਢਿੱਲੋਂ ਦਾ ਸਾਹਮਣਾ ਵੀ ਵਿਜੀਲੈਂਸ ਦੇ ਨਾਲ ਹੋਇਆ, ਜਿਨ੍ਹਾਂ ਨੂੰ ਪੁੱਛਗਿੱਛ ਦੇ ਲਈ ਫਰੀਦਕੋਟ ਵਿਜੀਲੈਂਸ ਦਫ਼ਤਰ ਬੁਲਾਇਆ ਗਿਆ ਤੇ ਕਰੀਬ 1 ਘੰਟੇ ਤੱਕ ਸਵਾਲ ਜਵਾਬ ਹੋਏ ਤੇ ਕਿੱਕੀ ਢਿੱਲੋਂ ਤੋਂ ਆਮਦਨ ਦੇ ਸਰੋਤਾਂ ਬਾਰੇ ਜਾਣਕਾਰੀ ਮੰਗੀ ਗਈ। ਵਿਜੀਲੈਂਸ ਦੇ ਮੁਤਾਬਿਕ ਕੇਸ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਨਾਲ ਜੁੜਿਆ ਹੋਇਆ ਤੇ ਇੱਕ ਸ਼ਿਕਾਇਤ ਦੇ ਆਧਾਰ ਤੇ ਸਾਬਕਾ ਵਿਧਾਇਕ ਨੂੰ ਤਲਬ ਕੀਤਾ ਗਿਆ ਸੀ। ਵਿੱਤ ਤੋਂ ਵੱਧ ਜਾਇਦਾਦ ਬਣਾਉਣ ਬਾਰੇ, ਬੇਨਾਮੀ ਜਾਇਦਾਦ ਵੀ ਜਿਹੜੀ ਕੋਈ ਕਿਸੇ ਦੇ ਨਾਂ ਤੇ ਬਣਾਉਣ ਬਾਰੇ ਜਿਹੜਾ ਸਾਡੇ ਕੋਲ ਹੈਗਾ, ਅਸੀਂ ਉਹਦੀ ਵਿਜੀਲੈਂਸ ਦੇ ਜਿਹੜੇ ਪਰਫਾਰਮੇ ਆ ਉਹ ਭਰਨ ਵਾਸਤੇ ਦਿੱਤੇ ਗਏ ਆ, ਜਿਹਦੇ ਸਾਰੇ ਆਪਣੇ ਪ੍ਰਾਪਰਟੀ ਦੇ ਵੇਰਵੇ ਜਿਹੜੇ ਦਰਜ ਕਰਕੇ ਸਾਨੂੰ ਇਹਦੀ ਉਹ ਦੇਣਗੇ। ਇਸ ਮਾਮਲੇ 'ਚ ਕੁਸ਼ਲਦੀਪ ਢਿੱਲੋਂ ਨੇ ਵੀ ਆਪਣੀ ਸਫਾਈ ਦਿੱਤੀ ਹੈ। ਇੱਕ ਬਿਜ਼ਨਸਮੈਨ ਹੈ, ਮੇਰਾ ਤਾਂ ਸਭ ਕੁਝ ਡਿਕਲੇਅਰਡ ਹੈ ਮੇਰੀ। ਸੋ ਅਸੀਂ ਤਾਂ ਹਰ ਇੱਕ ਸਾਲ ਆਪਦੀਆਂ ਇਨਕਮ ਟੈਕਸ ਰਿਟਰਨਸ ਭਰਦੇ ਹਾਂ। ਸੋ ਮੇਰੇ ਕੋਲ ਤਾਂ ਕੁਝ ਲੁਕਾਉਣ ਨੂੰ ਨਹੀਂ ਹੈ, ਸਭ ਕੁਝ ਔਨ ਪੇਪਰ ਆਨਲਾਈਨ ਹੈ। ਸੋ ਜੋ ਇਹਨਾਂ ਨੂੰ ਚਾਹੀਦਾ ਹੈ, ਜੇ ਪੁੱਛਣਗੇ ਉਹ ਸਾਡੇ ਵਕੀਲ ਸਾਹਿਬ ਇਹਨਾਂ ਨੂੰ ਬਣਾ ਕੇ, ਪਰ ਫਿਰ ਵੀ ਜੇ ਇਹਨਾਂ ਨੂੰ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੈ, ਜੋ ਮੰਗੋਗੇ ਅਸੀਂ ਦੇ ਦੇਵਾਂਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਸਾਬਕਾ ਮੰਤਰੀ ਵਿਜੀਲੈਂਸ ਦੀ ਰਡਾਰ ਤੇ ਆ ਚੁੱਕੇ ਨੇ ਤੇ ਕਈ ਮਾਮਲਿਆਂ ਦੇ ਵਿੱਚ ਜਾਂਚ ਜਾਰੀ ਹੈ ਤੇ ਹੁਣ ਜੋ ਨਵੇਂ ਨਾਮ ਸਾਹਮਣੇ ਆਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨੂੰ ਲੈ ਕੇ ਵੀ ਕਈ ਖੁਲਾਸੇ ਹੋ ਸਕਦੇ ਨੇ। ਨਪਿੰਦਰ ਬਰਾੜ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ ਤੇ ਫਰੀਦਕੋਟ ਤੋਂ ਨਰੇਸ਼ ਸੇਠੀ, ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੀ। ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ ਭਾਰਤ ਜੋੜੋ ਯਾਤਰਾ ਸ਼੍ਰੀਨਗਰ 'ਚ ਮੁਕੰਮਲ ਹੋਈ। ਬਰਫ਼ਬਾਰੀ ਦੇ ਵਿਚਾਲੇ ਖਤਮ ਹੋਈ ਯਾਤਰਾ ਨੇ ਸਿਆਸੀ ਪਾਰਾ ਜ਼ਰੂਰ ਚੜ੍ਹਾ ਦਿੱਤਾ ਹੈ। श्रीनगर विच भारत जोड़ो यात्रा मुकम्मल हुई तो आसमान तो बर्फ बरस रही सी। सियासी साझेदार उमर अब्दुल्ला दे नाल खड़े राहुल गांधी नूं पहली नजरे तां पछाणना भी औखा सी। कश्मीरी पहनावा फेरन अते सिर ते टोपी पाई खड़े राहुल दी ये लुक बीते दिनां वाली जीन्स अते हाफ स्लीव टी-शर्ट वाली लुक तो बिल्कुल वख सी। राहुल दी तकरीर शुरू हुई तां जम्मू कश्मीर दे नाल परिवारक सांझ दा जिक्र होया ते नाल ही इत्थों मिले प्यार दे बहाने निशाना केंद्र सरकार ते भी लग्या। जम्मू कश्मीर के लोगों ने मुझे हैंड ग्रेनेड नहीं दिया, अपने दिल खोलकर प्यार दिया, गले लगे। जो हिंसा करवाता है, जैसे मोदी जी हैं, अमित शाह जी हैं, अजीत डोवल जी हैं, वो इस बात को समझ नहीं सकते हैं, वो दर्द को समझ नहीं सकते हैं। पुलवामा के जो सैनिक थे, उनके बच्चों के दिल में क्या हुआ मैं जानता हूं। मेरे दिल में वही हुआ है। जो यहाँ पे कश्मीर में लोग मरते हैं, उनके दिल में क्या होता है वो मैं समझता हूं, मेरी बहन समझती है। राहुल दी तकरीर खत्म हुई तो शुरुआत सियासी प्रतिक्रम दी हो गई। भाजपा ने राहुल नूं उन्हां दी तकरीर दे आधार ते घेरा पा लिया। इल्जाम लाया कि राहुल फौज दे बहाने सियासत कर रहे ने। इल्जाम तराशियां दे विच सूबे तो लेके केंद्र दे पद्धर तक दे आगू शामिल हो गए। और आपका ये वक्तव्य भारत की वीर सेना और उनके पराक्रम को छोटा दिखाने का प्रयास है। एक तरफ तो भारत का वीर बेटा बॉर्डर पर संघर्ष करते हुए लड़ रहा है और दूसरी तरफ आप ऐसी घटिया बयानबाजी करके उनके शौर्य का अपमान कर रहे हैं और भारत के अंदर भ्रम पैदा कर रहे हैं। पर इस सारी सियासी रस्साकशी दे विचाले यात्रा दे समापन दी एक होर तस्वीर है जो सियासत तो जुदा है। राहुल ते प्रियंका ने कश्मीर ते श्रीनगर विच बर्फबारी दा जिवें मजा लिया, उस दी कश्मीरी गीतां दी धुन ते बनाई रील चर्चा दा विशा बनी अते कांग्रेस वालों भी इस नूं शेयर किया गया। ब्यूरो रिपोर्ट न्यूज़ 18 पंजाब।
ਹੁਣ ਗੱਲ ਕਰਾਂਗੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ। ਕੇਂਦਰ ਤੇ ਪੰਜਾਬ ਨੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮਰਥਕਾਂ ਤੇ ਵੀਜ਼ੇ ਰੋਕੇ ਜਾ ਰਹੇ ਨੇ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੈਨੇਡਾ ਦੇ ਐਨਆਰਆਈਜ਼ ਨੂੰ ਵੀਜ਼ੇ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਪੰਜਾਬੀ ਐਨਆਰਆਈਜ਼ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਕੀ ਅੰਦੋਲਨ 'ਚ ਸ਼ਾਮਲ ਹੋਣਾ ਗੁਨਾਹ ਹੋ ਗਿਆ ਸੀਗਾ। ਕੇਂਦਰ ਦੇ ਸਾਹਮਣੇ ਆ ਸਾਰੇ ਮੁੱਦੇ ਚੁੱਕੇ ਜਾਣਗੇ ਤੇ ਕੇਂਦਰ ਤੇ ਕੁਲਦੀਪ ਸਿੰਘ ਧਾਲੀਵਾਲ ਨੇ ਵੱਡੇ ਇਲਜ਼ਾਮ ਲਗਾਏ ਨੇ। ਉਹਨਾਂ ਨੇ ਕਿਹਾ ਕਿ ਕਿਸਾਨ ਅੰਦੋਲਨ ਸਮਰਥਕਾਂ ਦੇ ਵੀਜ਼ੇ रोके जा रहे हैं। दस दिए कि 3 काले खेती कानून रद्द कराने वास्ते जो जिन्हें ही किसानी अंदोलन चलिया सीगा दिल्ली दी बरूहा ते किसान डटे हुए सीगे, उत्थे ही एनआरआईज दे वल्लों वड्डा समर्थन किसानां नूं दिता गया सीगा ते हुण केंद्र ते वड्डे इल्जाम लगांदे हुए खेतीबाड़ी मंत्री कुलदीप धालीवाल नजर आ रहे हैं। उन्होंने कहा कि किसान अंदोलन समर्थकां दे वीजे रोके जा रहे हैं। उत्थे कैनेडा दे एनआरआईज नूं वीजे लैण 'च पाई दिक्कतां दा सामना करना पै रहा है। पंजाबी एनआरआईज दी जांच पड़ताल की जा रही है ते आ सारे ही मसले वो केंद्र दे सामने चुकणगे। उन्होंने कहा कि की अंदोलन शामिल होना गुनाह हो गया। ਅਸੀਂ 2-3 ਇਸ਼ੂਆਂ ਦੇ ਉੱਤੇ ਜਿੱਦਾਂ ਮਤਲਬ ਇੰਟਰਨੈਸ਼ਨਲ ਫਲਾਈਟਾਂ ਦੇ ਉੱਤੇ ਚੰਡੀਗੜ੍ਹ ਤੇ ਇਹਦੇ ਲਈ ਅੰਮ੍ਰਿਤਸਰ ਲਈ ਇੱਕ ਜਿਹੜਾ ਇਹ ਵੀਜ਼ੇ ਦੀ ਜਿਹੜੀ ਪ੍ਰੋਬਲਮ ਕੈਨੇਡਾ ਦੇ ਵਿੱਚ ਖਾਸ ਤੌਰ ਤੇ ਹੈ, ਕੱਲੇ ਕੈਨੇਡਾ 'ਚ ਹੈ, ਉਹ ਉਹਦੇ ਕਿਸੇ ਦੇਸ਼ 'ਚ ਨਹੀਂ ਗਈ। ਕੈਨੇਡਾ ਜਾਈ ਉੱਥੇ ਵੀਜ਼ੇ ਦੇਣ 'ਚ ਉਹਨਾਂ ਨੇ ਦੇਰੀ ਕੀਤੀ, ਛਾਣਬੀਣ ਕੀਤੀ ਵੀ ਕੌਣ ਬੰਦਾ ਕੌਣ ਨਹੀਂਗਾ। ਇਹ ਮਸਲੇ ਸਾਰੇ ਆਪਾਂ ਸੈਂਟਰ ਗਵਰਨਮੈਂਟ ਦੇ ਨਾਲ ਜਿਹੜਾ ਉਹ ਰੱਖਾਂਗੇ ਵੀ ਇਹ ਤੁਸੀਂ ਵਾਲੇ ਚੀਜ਼ ਜਿਹੜੀ ਆ ਇਹ ਨਹੀਂ ਹੋਣੀ ਚਾਹੀਦੀ। ਕਿਸੇ ਨੇ ਕਿਸੇ ਅੰਦੋਲਨ ਦੀ ਮਦਦ ਕੀਤੀ ਤੇ ਮਤਲਬ ਇਹ ਥੋੜਾ ਕੋਈ ਬੰਦਾ ਕੋਈ ਦੋਸ਼ੀ। ਦੂਜੀ ਗੱਲ ਹੈ ਕਿ ਕਿਸਾਨ ਅੰਦੋਲਨ ਕੋਈ ਲੋਕ ਵਿਰੋਧੀ ਅੰਦੋਲਨ ਥੋੜਾ। ਕਿਸਾਨ ਅੰਦੋਲਨ ਤੇ ਪੰਜਾਬ ਦੀ ਕਿਸਾਨੀ ਨੂੰ ਖੇਤੀਬਾੜੀ ਨੂੰ ਬਚਾਉਣ ਲਈ ਅੰਦੋਲਨ। ਸਰਕਾਰ ਨੂੰ ਆਪਣੀ ਇਹ ਨੀਤੀ ਜਿਹੜੀ ਉਹ ਬੰਦ ਕਰਨੀ ਚਾਹੀਦੀ।